ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਪਰਮ ਸਨਮਾਨਯੋਗ ਜਬਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ। ਸ਼ਾਮ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੀਆਂ ਆਪ ਜੀ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਇ ਧਿਆਨਾ। ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਭਾਈ ਜਗਜੀਤ ਸਿੰਘ ਜੀ ਉਹਨਾਂ ਦੇ ਰਾਗੀ ਜਥੇ ਪਾਸੋਂ ਬੜੇ ਪ੍ਰੇਮ ਨਾਲ ਆਪ ਜੀਆਂ ਨੇ ਸਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ, ਜੋ ਫਿਰ ਨਵੇਂ ਸਿਰੇ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਆਰੰਭ ਹੋਈ ਹੈ। ਜਪਜੀ ਸਾਹਿਬ ਦੀ ਕਥਾ ਚੱਲ ਰਹੀ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਹੀ ਮਤ ਬੁੱਧ ਸੋਝੀ ਬਖਸ਼ਿਸ਼ ਕਰਕੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸ਼ਬਦ ਦੀ ਵਿਚਾਰ ਕਰਵਾ ਲੈਣ। 16ਵੀਂ ਪੌੜੀ ਦੀ ਕਥਾ ਆਰੰਭ ਹੋਣ ਲੱਗੀ ਹੈ। ਆਓ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਮਨ ਦਾ ਟਿਕਾਓ ਤੇ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਹਿਤ ਮਿਲ ਕੇ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਪੰਚ ਪਰਵਾਨ ਪੰਚ ਪ੍ਰਧਾਨ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ 16ਵੀਂ ਪੌੜੀ ਵਿੱਚ ਜੋ ਬਖਸ਼ਿਸ਼ ਕੀਤੀ ਹੈ, ਸ਼ਬਦ ਆਇਆ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ। ਇਸ ਨੂੰ ਸਮਝਣ ਲਈ ਥੋੜ੍ਹਾ ਜਿਹਾ ਸਾਨੂੰ ਜਿਹੜੀ ਪਿੱਛੇ ਆਪਾਂ ਵਿਚਾਰ ਕਰਕੇ ਆਏ ਹਾਂ ਉਹਨੂੰ ਸਮਝਣਾ ਪਏਗਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਜਿਹਨੇ ਹੁਕਮ ਦੀ ਖੇਡ ਨੂੰ ਸਮਝ ਲਿਆ ਹੈ ਕਿ ਅਕਾਲ ਪੁਰਖ ਦਾ ਹੁਕਮ ਕਿਵੇਂ ਵਰਤਦਾ ਹੈ। ਹੁਕਮ ਵਰਤਣ ਤੋਂ ਬਾਅਦ ਜਦੋਂ ਉਸ ਜੀਵ ਨੂੰ ਇਹ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਕੀ ਕੀ ਚੱਲ ਰਿਹਾ ਹੈ, ਫਿਰ ਉਹ ਪਰਮਾਤਮਾ ਵਾਹਿਗੁਰੂ ਦੇ ਗੁਣ ਗਾਉਣ ਲੱਗ ਪੈਂਦਾ ਹੈ। ਉਹਦੀਆਂ ਦਾਤਾਂ, ਉਹਦੀਆਂ ਰਹਿਮਤਾਂ, ਬਖਸ਼ਿਸ਼ਾਂ ਸਮਝ ਸਮਝ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ। ਫਿਰ ਉਹਨੂੰ ਸਮਝ ਆ ਜਾਂਦੀ ਹੈ ਮੁਖ ਤੋਂ ਕਿਹੜੇ ਬੋਲ ਬੋਲੀਏ ਜਿਹਦੇ ਨਾਲ ਪਰਮਾਤਮਾ ਪਿਆਰ ਕਰੇ, ਐਸੇ ਬੋਲ ਬੋਲਦਾ ਹੈ। ਉਸ ਤੋਂ ਬਾਅਦ ਸਾਹਿਬ ਕਿਰਪਾ ਕਰਦੇ ਨੇ, ਮਾਲਕ ਦੇ ਚਰਨਾਂ 'ਚ ਅਰਦਾਸ ਹੁੰਦੀ ਹੈ ਕਿ ਉਹ ਦਾਤਾ ਨਾ ਵਿਸਰੇ ਜਿਹੜਾ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ। ਉਸ ਤੋਂ ਬਾਅਦ ਫਿਰ ਸਮਝ ਆਉਂਦੀ ਹੈ ਕਿ ਕਿਸੇ ਖਾਸ ਅਸਥਾਨ 'ਤੇ ਜਾ ਕੇ ਤੀਰਥਾਂ 'ਤੇ ਨਹਾਉਣ ਦਾ ਲਾਭ ਕੋਈ ਨਹੀਂ, ਕੇਵਲ ਨਾਮ ਬਾਣੀ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਉਸ ਤੋਂ ਬਾਅਦ ਸਮਝ ਆਉਂਦੀ ਹੈ ਕਿ ਜੇ ਲੰਮੀ ਉਮਰ ਵੀ ਮਿਲ ਜਾਏ, ਕਿੰਨੇ ਲੋਕ ਨਾਲ ਵੀ ਚੱਲਦੇ ਹੋਣ ਦੁਨੀਆ ਵਿੱਚ, ਨਾਮਨਾ ਵੀ ਕਿਉਂ ਨਾ ਹੋਵੇ, ਜੇ ਪ੍ਰਭੂ ਦੀ ਨਿਗਾਹ ਦੇ ਪਾਤਰ ਨਹੀਂ ਬਣੇ ਤਾਂ ਇਸ ਚੀਜ਼ ਦਾ ਕੋਈ ਲਾਭ ਨਹੀਂ। ਉਸ ਤੋਂ ਅੱਗੇ ਫਿਰ ਗੱਲ ਆਉਂਦੀ ਸੁਣਨ ਦੀ। 4 ਪੌੜੀਆਂ ਫਿਰ ਸੁਣਨ ਨਾਲ ਵਾਲੀਆਂ ਨੇ, ਜਿਹੜੀਆਂ ਜਦੋਂ ਪਰਮਾਤਮਾ ਦੇ ਵਿੱਚ ਸੁਰਤ ਜੁੜਦੀ ਹੈ, ਕੀ ਕੀ ਰਹਿਮਤਾਂ ਵਰਦੀਆਂ। ਸੁਣਨ ਤੋਂ ਬਾਅਦ ਫਿਰ ਜਿਹੜਾ ਮੰਨ ਲੈਂਦਾ, ਪਹਿਲੇ ਦੇ ਵਿੱਚ ਆਇਆ ਜਿੰਨੇ ਪੂਰਨ ਤੌਰ 'ਤੇ ਮੰਨ ਕੇ ਯਕੀਨ ਰੱਖ ਲਿਆ ਪਰਮਾਤਮਾ ਵਿੱਚ, ਉਹਦਾ ਜ਼ਿਕਰ ਉਸ ਤੋਂ ਅੱਗੇ 3 ਪੌੜੀਆਂ ਵਿੱਚ। ਫਿਰ ਜੇ ਕੋਈ ਮੰਨਦਾ ਹੈ ਪਰਮਾਤਮਾ ਵਾਹਿਗੁਰੂ ਦੇ ਇਸ ਨਾਮ ਨੂੰ, ਬਚਨ ਨੂੰ, ਤੇ ਕੀ ਕੀ ਉਹਦੇ ਉੱਤੇ ਰਹਿਮਤ ਵਰਦੀ ਹੈ। ਹੁਣ ਇਸ ਤੋਂ ਅੱਗੇ ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਜਿਨ੍ਹਾਂ 'ਤੇ ਇੰਨੀਆਂ ਰਹਿਮਤਾਂ ਹੁੰਦੀਆਂ ਨੇ, ਬਖਸ਼ਾਂ ਹੁੰਦੀਆਂ ਨੇ, ਸੁਣਦੇ ਨੇ ਸੁਰਤ ਕਰਕੇ, ਮੰਨਦੇ ਨੇ ਪਰਮਾਤਮਾ ਨੂੰ ਅੰਦਰੋਂ ਹਿਰਦੇ ਕਰਕੇ, ਉਹਨਾਂ ਨੂੰ ਸਾਹਿਬ ਨੇ ਫਿਰ ਸ਼ਬਦ ਵਰਤਿਆ ਕਿ ਉਹ ਕੀ ਬਣ ਜਾਂਦੇ ਨੇ, ਪੰਚ ਬਣ ਜਾਂਦੇ ਨੇ। ਪੰਜ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਈ ਰੂਪਾਂ ਵਿੱਚ ਆਇਆ ਹੈ। ਜਿਵੇਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੇ ਵਿਕਾਰ, ਇਹਨਾਂ ਨੂੰ ਵੀ ਪੰਜ ਸ਼ਬਦ ਉੱਥੇ 5 ਗਿਣਤੀ ਦੇ ਤੌਰ 'ਤੇ ਵਰਤਿਆ ਗਿਆ ਹੈ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ, ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ। ਉੱਥੇ ਜਿਹੜਾ ਪੰਜ ਸ਼ਬਦ ਹੈ ਉਹ ਗਿਣਤੀ ਦੇ ਵਿੱਚ 5 ਹੈ। ਪੰਜ ਮਨਾਏ ਤੋਂ ਭਾਵ ਹੈ ਸਤ ਸੰਤੋਖ ਦਇਆ ਧਰਮ ਤੇ ਧੀਰਜ ਸ਼ੁਭ ਗੁਣ ਜਿਹੜੇ ਸੀ ਵਸਾ ਲੈ।
ਤੇ ਪੰਜ ਰਸਾਏ, ਪੰਜ ਰਸਾਲ ਹੈ। ਕਿਹੜੇ ਰਸਾਲ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਰਸਾ ਲਿਆ। ਪੰਜ ਵਸਾਏ, ਅੰਦਰ ਵਸਾਲ ਹੈ। ਸ਼ੁਭ ਗੁਣ ਪੰਜ ਗਵਾਏ, ਪੰਜਾਂ ਨੂੰ ਗਵਾ ਦਿੱਤਾ। ਇਸ ਤਰ੍ਹਾਂ ਉੱਥੇ ਜਿਹੜਾ ਪੰਜ ਸ਼ਬਦ ਹੈ ਉਹ ਗਿਣਤੀ ਪੰਜ ਦੀ ਗੱਲ ਹੈ। ਸਤਿਗੁਰੂ ਮਹਾਰਾਜ ਜੀ ਨੇ ਹੋਰ ਵੀ ਜ਼ਿਕਰ ਕੀਤਾ ਕਿ ਪੰਜ ਤੱਤਾਂ ਦਾ ਇਹ ਪੁਤਲਾ ਹੈ। ਉਹ ਪੰਜ ਤੱਤਾਂ ਦਾ ਉੱਥੇ ਪੰਜ ਗਿਣਤੀ ਹੈ। ਬੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਐਸੇ ਆਉਂਦੇ ਨੇ। ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਬਾਣੀ ਨੇ ਜਿੱਥੇ ਪੰਜ ਸ਼ਬਦ ਪੰਜਾਂ ਦੀ ਗਿਣਤੀ ਵਾਸਤੇ ਵਰਤੇ ਆ, ਉੱਥੇ ਇੱਕ ਸ਼ਬਦ ਪੰਜ ਇਹ ਵੀ ਆਉਂਦਾ ਹੈ ਜਿਹੜਾ ਸਤਿਗੁਰੂ ਮਹਾਰਾਜ ਜੀ ਇੱਥੇ ਜੋ ਸ਼ਬਦ ਵਰਤਿਆ ਪੰਜ, ਇੱਥੇ ਗਿਣਤੀ ਦੀ ਗੱਲ ਨਹੀਂ ਹੈ। ਇੱਥੇ ਵਾਹਿਗੁਰੂ ਪਰਮਾਤਮਾ ਦੇ ਨਾਲ ਇੱਕ ਮਿਕ ਹੋਇਆਂ ਦੀ ਗੱਲ ਹੈ। ਇੱਕ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੰਜ ਹੋਰ ਵਰਤਿਆ ਹੈ। ਉਹ ਵਰਤਿਆ ਹੈ ਗੌੜੀ ਕੀ ਵਾਰ ਵਿੱਚ। ਉਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜਦੋਂ ਜਿਹੜਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਟਾਈਮ ਤੇ ਤਬਾਹ ਹੋਇਆ ਹੈ, ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਦਾ ਸਾਰਾ ਕੁਝ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਸੀ। ਤੇ ਉੱਥੇ ਜਿਹੜਾ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ, ਉਹਦੇ ਵਿੱਚ ਸ਼ਬਦ ਵਰਤਿਆ ਹੈ ਕਿ ਪੰਜ ਲੋਕ ਸਭ ਹੱਸਣ ਲੱਗੇ। ਉੱਥੇ ਪੰਜ ਸ਼ਬਦ ਪੰਜ ਗਿਣਤੀ ਨਹੀਂ, ਉੱਥੇ ਪੰਜ ਸ਼ਬਦ ਵਿਕਾਰਾਂ ਵਾਸਤੇ ਵੀ ਨਹੀਂ, ਉੱਥੇ ਪੰਜ ਸ਼ਬਦ ਆਇਆ ਹੈ ਜਿਹੜੇ ਪਿੰਡ ਦੇ ਮੋਹਤਬਾਰ ਤੇ ਸਿਆਣੇ ਲੋਕ ਸਨ। ਪੰਜ ਲੋਕ ਸਭ ਹੱਸਣ ਲੱਗੇ, ਤਬਾ ਲੋਭ ਲਹਿਰ ਹੈ ਗਾਲਿਆ। ਤਾਂ ਉੱਥੇ ਜਿਹੜਾ ਸ਼ਬਦ ਪੰਜ ਆਇਆ ਉਹ ਆ ਗਿਆ ਉਹਨਾਂ ਵਾਸਤੇ ਕਿ ਜਿਨ੍ਹਾਂ ਨੇ ਪਿੰਡ ਦੇ ਮੁਖੀ ਤੇ ਮੋਹਤਬਾਰ ਸਨ, ਉਹ ਸਾਰੇ ਹੱਸਣ ਲੱਗ ਪਏ ਵੀ ਇਸ ਤਪੇ ਦੀ ਜਿਹੜੀ ਅਸਲੀਅਤ ਹੈ ਲੋਕਾਂ ਦੇ ਸਾਹਮਣੇ ਆ ਗਈ। ਖੈਰ ਜ਼ਿਆਦਾ ਨਾ ਵਿਸਤਾਰ ਕਰਦਿਆਂ ਹੋਇਆਂ ਸਿਰਫ ਬੇਨਤੀ ਇਹ ਕਰਨ ਲੱਗਿਆ ਸੀ ਕਿ ਜਿਹੜਾ ਇਹ ਪੰਜ ਸ਼ਬਦ ਆਇਆ ਇਹ ਗਿਣਤੀ ਪੰਜ ਨਹੀਂ ਹੈ। ਇੱਥੇ ਪੰਜ ਤੋਂ ਭਾਵ ਹੈ ਜਿਨ੍ਹਾਂ ਨੇ ਪਹਿਲਾਂ ਸੁਣਿਆ ਉੱਪਰ ਪੌੜੀਆਂ ਵਿੱਚ, ਫਿਰ ਪੂਰਨ ਤੌਰ ਤੇ ਮੰਨ ਲਿਆ, ਪਰਮਾਤਮਾ ਵਿੱਚ ਯਕੀਨ ਤੇ ਸ਼ਰਧਾ ਧਾਰਨ ਕਰਕੇ ਇੱਕ ਮਿਕ ਹੋ ਗਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਹਨ ਪੰਜ ਜਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਇੱਕ ਮਿਕਤਾ ਹਾਸਲ ਕਰ ਲਈ ਹੈ। ਜਦੋਂ ਅਸੀਂ ਜੇ ਪੰਜ ਦੀ ਗਿਣਤੀ ਨੂੰ ਵੀ ਲੈਂਦੇ ਹਾਂ ਤੇ ਉਹਦੇ ਵਿੱਚ ਵੀ ਜਦੋਂ ਪੰਜ ਪਿਆਰੇ ਆਪਾਂ ਕਹਿੰਦੇ ਨੇ ਗੁਰੂ ਦਾ ਰੂਪ ਹੋ ਜਾਂਦੇ ਆ, ਉੱਥੇ ਵੀ ਇੱਕ ਦੀ ਗੱਲ ਹੋ ਜਾਂਦੀ ਹੈ ਕਿ ਪੰਜ ਬਣ ਕੇ ਇੱਕ ਹੋ ਜਾਂਦੇ ਆ, ਭਾਵ ਕਿ ਉਸ ਟਾਈਮ ਤੇ ਗੁਰੂ ਸਰੂਪ ਹੋ ਜਾਂਦੇ ਤੇ ਗੁਰੂ ਇੱਕ ਹੀ ਹੈ। ਖੈਰ ਹੋਰ ਵੀ ਬੜਾ ਵਿਸਥਾਰ ਹੋ ਸਕਦਾ ਪਰ ਆਪਾਂ ਜ਼ਿਆਦਾ ਨਾ ਲੁਕੀ। ਅੱਗੇ ਸ਼ਬਦ ਆਇਆ ਪ੍ਰਵਾਨ। ਪ੍ਰਵਾਨ ਸ਼ਬਦ ਵੀ ਜਿਹੜਾ ਕਈ ਰੂਪਾਂ ਵਿੱਚ ਆਉਂਦਾ ਹੈ। ਜਪਜੀ ਸਾਹਿਬ ਦੇ ਵਿੱਚ ਇੱਕ ਜਗ੍ਹਾ ਤੇ ਆਵੇਗਾ, ਦੋ ਜਗ੍ਹਾ ਤੇ ਹੋਰ ਆਵੇਗਾ ਸ਼ਬਦ, ਉੱਥੇ ਅਰਥ ਦੇ ਅਲੱਗ-ਅਲੱਗ ਹੋ ਜਾਣਗੇ। ਇੱਕ ਥਾਂ ਤੇ ਆਏਗਾ ਅਮੁੱਲ ਤੁੱਲ, ਅਮੁੱਲ ਪ੍ਰਵਾਨ। ਹੁਣ ਉੱਥੇ ਮੁੱਲ ਤੁੱਲ ਤੇ ਮੁੱਲ ਪ੍ਰਵਾਨ, ਉੱਥੇ ਪ੍ਰਵਾਨ ਸ਼ਬਦ ਆ ਗਿਆ ਵੱਟੇ ਦੇ ਤੌਰ ਤੇ। ਵੱਟਾ ਜਿਹਨੂੰ ਆਪਾਂ ਤੋਲਣ ਵਾਸਤੇ ਤਕੜੀ ਵਿੱਚ ਜਿਹੜਾ ਵੱਟਾ ਰੱਖਦੇ ਹਾਂ, ਉੱਥੇ ਪ੍ਰਵਾਨ ਸ਼ਬਦ ਵੱਟੇ ਵਾਸਤੇ ਵਰਤਿਆ ਗਿਆ। ਇੱਕ ਸ਼ਬਦ ਹੋਰ ਅੱਗੇ ਚੱਲ ਕੇ ਆਵੇਗਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਉੱਥੇ ਪ੍ਰਵਾਨ ਦਾ ਅਰਥ ਹੋ ਜਾਏਗਾ ਪ੍ਰਤੱਖ ਤੌਰ ਤੇ। ਤੋ ਇਸ ਤਰ੍ਹਾਂ ਗੁਰਬਾਣੀ ਨੂੰ ਸਮਝਣਾ ਪੈਂਦਾ ਕਿ ਜਿਹੜੇ ਸ਼ਬਦ ਨੇ ਪ੍ਰਕਰਨ ਕੀ ਚੱਲ ਰਿਹਾ, ਪ੍ਰਕਰਨ ਦੇ ਮੁਤਾਬਕ ਉਹਦੇ ਅਰਥ ਜਿਹੜੇ ਆ ਉਸ ਤਰ੍ਹਾਂ ਹੁੰਦੇ। ਹਰ ਜਗ੍ਹਾ ਤੇ ਜ਼ਰੂਰੀ ਨਹੀਂ ਕਿ ਜਿਹੜਾ ਪ੍ਰਮਾਣ ਸ਼ਬਦ ਆ ਗਿਆ ਜੋ ਇਹ ਇੱਥੇ ਇਹਦੇ ਅਰਥ ਨੇ ਤੇ ਅੱਗੇ ਚੱਲ ਕੇ ਹੋਰ ਜਗ੍ਹਾ ਤੇ ਪ੍ਰਮਾਣ ਆਏਗਾ ਤੇ ਉਹਦੇ ਵੀ ਅਰਥ ਉਹੀ ਹੋ ਜਾਣਗੇ। ਨਹੀਂ, ਅਰਥ ਬਦਲ ਜਾਂਦੇ ਆ ਪ੍ਰਕਰਨ ਦੇ ਮੁਤਾਬਕ ਕੀ ਪ੍ਰਕਰਨ ਚੱਲ ਰਿਹਾ। ਖੈਰ ਸਤਿਗੁਰੂ ਰਹਿਮਤ ਕਰਨ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਪੰਜ ਹੀ ਪ੍ਰਵਾਨ ਹੁੰਦੇ ਨੇ ਪ੍ਰਭੂ ਦੇ ਦਰ ਦੇ ਉੱਤੇ ਕਬੂਲ ਹੋ ਜਾਂਦੇ ਨੇ। ਕਿਹੜੇ ਪੰਜ ਪ੍ਰਵਾਨ ਹੁੰਦੇ ਆ? ਜਿਨ੍ਹਾਂ ਨੇ ਪੂਰਨ ਤੌਰ ਤੇ ਵਾਹਿਗੁਰੂ ਪਰਮਾਤਮਾ ਦੇ ਵਿੱਚ ਯਕੀਨ ਰੱਖ ਕੇ ਇੱਕ ਮਿਕਤਾ ਹਾਸਲ ਕਰ ਲਈ, ਪਰਮਾਤਮਾ ਨਾਲ ਜੁੜ ਗਏ, ਅੰਦਰੋਂ ਇੱਕ ਹੋ ਗਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹੀ ਪ੍ਰਭੂ ਦੇ ਦਰ ਤੇ ਕਬੂਲ ਹੁੰਦੇ ਆ। ਪ੍ਰਧਾਨ ਦਾ ਅਰਥ ਇੱਥੇ ਕੀਤਾ ਗਿਆ ਆਗੂ, ਉਹੀ ਅਸਲ ਵਿੱਚ ਆਗੂ ਹੁੰਦੇ ਆ। ਆਗੂ ਤੋਂ ਭਾਵ ਹੈ ਸਮਾਜ ਦੀ ਸੇਧ ਦੇਣ ਲਈ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਆਪ ਆਗੂ ਬਣਾ ਕੇ ਥਾਪਦਾ। ਜਿਵੇਂ ਗੁਰੂ ਰੂਪ ਹੁੰਦਾ ਹੈ ਇਸ ਤਰ੍ਹਾਂ ਗੁਰੂ ਕਾ ਖਾਲਸਾ ਹੈ, ਜਾਂ ਉਹਦੇ ਭਗਤ ਹਨ, ਉਹਦੇ ਸੰਤ ਹਨ, ਉਹਦੇ ਸੇਵਕ ਜਨ ਜਿਹੜੇ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦੇ। ਸਤਿਗੁਰੂ ਕਹਿੰਦੇ ਉਹੀ ਅਸਲ ਵਿੱਚ ਆਗੂ ਹੁੰਦੇ ਆ, ਉਹੀ ਪ੍ਰਭੂ ਦੇ ਦਰ ਉੱਤੇ ਪ੍ਰਵਾਨ ਹੁੰਦੇ ਹਨ, ਕਬੂਲ ਹੋ ਜਾਂਦੇ ਹਨ। ਪੰਚੈ ਪਾਵਹਿ ਦਰਗਹਿ ਮਾਨ। ਪ੍ਰਭੂ ਦੀ ਦਰਗਾਹ ਦੇ ਵਿੱਚ ਮਾਨ, ਇੱਜ਼ਤ, ਵਡਿਆਈ ਵੀ ਉਹਨਾਂ ਨੂੰ ਸਤਿਪੁਰਸ਼ਾਂ ਨੂੰ, ਰੱਬ ਦੇ ਪਿਆਰਿਆਂ ਨੂੰ ਹੀ ਮਿਲਦੀ ਹੈ। ਪੰਚੈ ਸੋਹੇ ਦਰ ਰਾਜਾਨ। ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਦਰਬਾਰ ਹੈ ਨਾ, ਪਰਮੇਸ਼ਰ ਦਾ ਸੱਚਾ ਦਰਬਾਰ, ਜਿਹਦੇ ਬਾਰੇ ਮੇਰੇ ਸਾਹਿਬ ਜੀ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ, ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਨ। ਉੱਥੇ ਵੀ ਸ਼ਬਦ ਪੰਜ ਆ ਗਿਆ। ਉੱਥੇ ਵਾਹਿਗੁਰੂ ਦੇ ਦਰਬਾਰ ਵਿੱਚ ਉਹ ਸ਼ੋਭਾ ਪਾਉਂਦੇ ਨੇ
ਤੇ ਮੇਰੇ ਗਰੀਬ ਨਿਵਾਜ ਪਾਤਸ਼ਾਹ ਇੱਥੇ ਵੀ ਕਹਿ ਰਹੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਇੱਕ ਮਿਕ ਜਿਨ੍ਹਾਂ ਨੇ ਹਾਸਲ ਕਰ ਲਈ ਪਰਮਾਤਮਾ ਨਾਲ, ਉਹਦੇ ਸੰਤ ਭਗਤ ਗੁਰਮੁਖ ਜਿਹੜੇ ਹਨ ਪ੍ਰਭੂ ਦੇ ਦਰ ਉੱਤੇ ਸ਼ੋਭਾ ਪਾਉਂਦੇ, ਮਾਨ ਇੱਜ਼ਤ ਵਡਿਆਈ ਪਾਉਂਦੇ ਹਨ। ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਦਾ ਧਿਆਨ ਕੇਵਲ ਇੱਕ ਅਕਾਲ ਪੁਰਖ ਵਿੱਚ ਹੈ ਤੇ ਉਹਨਾਂ ਦਾ ਗੁਰੂ ਵੀ ਇੱਕ। ਇਹ ਨਹੀਂ ਕਿ ਜਿਹੜੇ ਪੰਜ ਨੇ ਉਹਨਾਂ ਦੇ ਗੁਰੂ ਅਲੱਗ-ਅਲੱਗ ਨੇ। ਸਭ ਕਹਿੰਦੇ ਨਹੀਂ, ਇੱਕ ਹੀ ਗੁਰੂ ਵਿੱਚ, ਇੱਕ ਹੀ ਪ੍ਰਮਾਤਮਾ ਦੇ ਵਿੱਚ ਉਹਨਾਂ ਦੀ ਸੁਰਤ ਹੈ, ਇੱਕ ਵਿੱਚ ਉਹਨਾਂ ਦਾ ਧਿਆਨ ਹੈ। ਜੇ ਕੋ ਕਹੈ ਕਰੈ ਵਿਚਾਰ, ਉਹ ਪੰਜ ਬਣ ਕੇ ਵੀ ਜੇ ਕਹਿਣ ਕਿ ਅਸੀਂ ਵਾਹਿਗੁਰੂ ਪਰਮਾਤਮਾ ਦਾ ਕੋਈ ਅੰਤ ਪਾ ਲਈਏ, ਕੋਈ ਥਾਂ ਪਾ ਲਈਏ, ਪਰਮਾਤਮਾ ਦੇ ਬਾਰੇ ਅਸਲੀਅਤ ਨੂੰ ਪੂਰਨ ਤੌਰ ਤੇ ਜਾਣ ਸਕੀਏ, ਸਭ ਕਹਿੰਦੇ ਪੰਜ ਬਣ ਕੇ, ਭਾਵ ਕਿ ਇੱਕਮਿਕ ਹੋ ਕੇ ਵੀ ਰੱਬ ਦੇ ਨਾਲ ਪ੍ਰਭੂ ਦੀ ਕੁਦਰਤ ਬਾਰੇ ਫਿਰ ਵੀ ਕੋਈ ਵਿਚਾਰ ਨਹੀਂ ਕੀਤੀ ਜਾ ਸਕਦੀ। ਭਾਵ ਕਿ ਪਰਮਾਤਮਾ ਦੇ ਬਾਰੇ ਪੂਰਨ ਤੌਰ ਤੇ ਜੇ ਕੋਈ ਕਵੇ ਕਿ ਮੈਂ ਜੋ ਕਹਿ ਦਿੱਤਾ ਇਹੀ ਵਾਹਿਗੁਰੂ ਪਰਮਾਤਮਾ ਦੇ ਬਾਰੇ ਅਖੀਰਲਾ ਸੱਚ ਹੈ, ਮੇਰੇ ਸਾਹਿਬ ਕਹਿੰਦੇ ਨਹੀਂ, ਉਹਨੂੰ ਪਰਮਾਤਮਾ ਦੇ ਬਾਰੇ ਪੂਰਨ ਤੌਰ ਤੇ ਨਹੀਂ ਕਿਹਾ। ਉਹ ਵੀ ਨਹੀਂ ਕਹਿ ਸਕਦੇ ਜਿਹੜੇ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦੇ ਹਨ। ਕਰਤੇ ਕੈ ਕਰਨਾ ਨਾਹੀ ਸੁਮਾਰ, ਸੁਮਾਰ ਦਾ ਅਰਥ ਹੈ ਅੰਦਾਜ਼ਾ ਲਾਉਣਾ। ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦਾ ਕਹਿਣ ਲੱਗੇ ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ, ਕੋਈ ਉਹਦਾ ਅੰਤ ਨਹੀਂ ਪਾ ਸਕਦਾ, ਕੋਈ ਪਰਮਾਤਮਾ ਕੁਦਰਤ ਦੀ ਕੁਦਰਤ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਵਾਹਿਗੁਰੂ ਪਰਮੇਸ਼ਰ ਦੇ ਬਾਰੇ। ਧੌਲ ਧਰਮ ਦਇਆ ਕਾ ਪੂਤ, ਸਾਹਿਬ ਕਿਰਪਾ ਕਰਦੇ ਨੇ ਕਿ ਜਿਹੜੀ ਇੱਕ ਲੰਮੇ ਸਮੇਂ ਤੋਂ ਲੋਕ ਇਹ ਮੰਨੀ ਬੈਠੇ ਸਨ, ਜਿਵੇਂ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਧਰਤੀ ਦੇ ਥੱਲੇ ਇੱਕ ਬਲਦ ਹੈ, ਉਹ ਸਿੰਘ ਬਦਲਦਾ, ਭੁਚਾਲ ਆ ਜਾਂਦਾ, ਲੋਕ ਇਸ ਨੂੰ ਮੰਨਦੇ ਸਨ। ਹੁਣ ਨਹੀਂ, ਪਰ ਜਿਹੜੇ ਅਜੇ ਵੀ ਅਨਪੜ੍ਹਤਾ ਜਿੱਥੇ ਹੋਵੇਗੀ ਉਹ ਅਜੇ ਵੀ ਲੋਕ ਇਸ ਸੋਚ ਵਿੱਚ ਹੀ ਹੋਣਗੇ। ਮੇਰੇ ਸਾਹਿਬ ਕਹਿੰਦੇ ਨੇ ਕਿ ਇਹ ਇੱਕ ਭਰਮ ਪਾਲਿਆ ਹੋਇਆ ਸੀ ਕਿ ਧਰਤੀ ਦੇ ਥੱਲੇ ਇੱਕ ਬਲਦ ਹੈ, ਉਹਨੇ ਧਰਤੀ ਨੂੰ ਚੁੱਕਿਆ ਹੋਇਆ। ਇੱਥੇ ਸਾਹਿਬ ਕਹਿੰਦੇ ਨੇ ਕਿ ਹੈ ਤਾਂ ਧੌਲ ਹੀ ਹੈ, ਧੌਲ ਮੈਲੇ ਹੁੰਦਾ ਬਲਦ, ਹੈ ਤਾਂ ਬਲਦ ਹੀ ਹੈ, ਪਰ ਉਹ ਬਲਦ ਕਿਹੜਾ ਹੈ? ਦਇਆ ਦਾ ਪੁੱਤਰ ਧਰਮ ਹੈ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਬ੍ਰਾਹਮਣ ਲੋਕਾਂ ਨੂੰ ਮਿਲਦੇ ਸਨ ਜਾ ਕੇ ਦੂਰ ਦਰਾਡਿਆਂ ਤੇ, ਉਦੋਂ ਸਤਿਗੁਰਾਂ ਦੇ ਕਈ ਵਿਚਾਰ ਉਹਨਾਂ ਦੇ ਨਾਲ ਹੁੰਦੇ ਸਨ। ਇੱਕ ਜਗ੍ਹਾ ਤੇ ਮੇਰੇ ਸਤਿਗੁਰੂ ਮਹਾਰਾਜ ਜੀ ਨੇ ਪੰਡਤਾਂ ਬ੍ਰਾਹਮਣਾਂ ਨਾਲ ਵਿਚਾਰ ਕਰਦਿਆਂ ਉਹਨਾਂ ਨੂੰ ਵੀ ਪੁੱਛਿਆ ਸੀ ਕਿ ਤੁਸੀਂ ਕਹਿੰਦੇ ਹੋ ਧਰਤੀ ਥੱਲੇ ਬਲਦ ਹੈ, ਚਲੋ ਤੁਹਾਡੀ ਗੱਲ ਜੇ ਮੰਨ ਲਈ ਜਾਵੇ 2 ਮਿੰਟ ਵਾਸਤੇ, ਕਿਸ ਧਰਤੀ ਨੂੰ ਬੈਲ ਨੇ ਚੁੱਕਿਆ, ਬਲਦ ਨੇ ਚੁੱਕਿਆ, ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਕਾਹਤੇ ਖੜਾ ਹੈ? ਜਿਹਨੇ ਧਰਤੀ ਨੂੰ ਚੁੱਕਿਆ ਬੈਲ ਨੇ, ਉਹ ਖੜਾ ਕਾਹਦੇ ਤੇ ਹੈ? ਤੇ ਇੱਕਦਮ ਹੈਰਾਨ ਹੋ ਗਏ ਵੀ ਕੀ ਕਹੀਏ। ਕਹਿਣ ਲੱਗੇ ਮਹਾਰਾਜ ਉਹਦੇ ਥੱਲੇ ਇੱਕ ਹੋਰ ਧਰਤੀ ਹੈ। ਸਤਿਗੁਰੂ ਕਹਿੰਦੇ ਚਲੋ ਇਹ ਵੀ ਗੱਲ ਤੁਹਾਡੀ ਮੰਨ ਲੈਂਦੇ ਆ ਕਿ ਜਿਹੜਾ ਬਲਦ ਜਿਹਨੇ ਆਹ ਧਰਤੀ ਚੁੱਕੀ ਉਹਦੇ ਥੱਲੇ ਇੱਕ ਜਿਹੜਾ ਬਲਦ ਉਹਦੇ ਥੱਲੇ ਇੱਕ ਹੋਰ ਧਰਤੀ ਹੈ, ਪਰ ਉਹ ਧਰਤੀ ਕਾਹਦੇ ਆਸਰੇ ਤੇ ਖੜੀ ਹੈ? ਹੁਣ ਹੈਰਾਨ ਹੋ ਗਏ ਵੀ ਹੁਣ ਕੀ ਜਵਾਬ ਦੇਈਏ। ਕਹਿੰਦੇ ਮਹਾਰਾਜ ਇੱਕ ਹੋਰ ਬਲਦ ਉਹਦੇ ਥੱਲੇ। ਸਤਿਗੁਰੂ ਮਹਾਰਾਜ ਕਹਿੰਦੇ ਉਹ ਕਾਹਦੇ ਤੇ ਖੜਾ? ਕਹਿੰਦੇ ਧਰਤੀ ਤੇ। ਸਤਿਗੁਰੂ ਕਹਿੰਦੇ ਜੇ ਤੁਹਾਡੀ ਗੱਲ ਨਾਲ ਮੈਂ ਸਹਿਮਤ ਹੋ ਜਾਵਾਂ ਕਿ ਇੱਕ ਧਰਤੀ ਹੈ, ਥੱਲੇ ਬਲਦ ਹੈ, ਫਿਰ ਧਰਤੀ ਹੈ, ਫਿਰ ਬਲਦ ਹੈ, ਫਿਰ ਧਰਤੀ ਹੈ, ਫਿਰ ਬਲਦ ਹੈ, ਜੇ ਇਹੀ ਗੱਲ ਮੰਨ ਲਈ ਜਾਵੇ, ਆਖਿਰਕਾਰ ਇੱਕ ਗੱਲ ਤਾਂ ਤੁਹਾਨੂੰ ਕਹਿਣੀ ਪਵੇਗੀ, ਅਖੀਰ ਤੇ ਕੀ ਹੈ? ਸਭ ਤੋਂ ਥੱਲੇ ਧਰਤੀ ਹੈ ਕਿ ਚਾਹੇ ਬਲਦ ਹੈ? ਹੁਣ ਉਹਨਾਂ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਤਾਂ ਜਵਾਬ ਕੌਣ ਦੇ ਸਕਦਾ ਸੀ? ਕੋਈ ਜਵਾਬ ਨਹੀਂ ਆਉਂਦਾ। ਮੇਰੇ ਸਤਿਗੁਰੂ ਕਹਿੰਦੇ ਹਾਂ ਹੈ ਤਾਂ ਬਲਦ ਹੀ ਹੈ, ਪਰ ਤੁਸੀਂ ਭੁਲੇਖਾ ਖਾ ਗਏ ਹੋ। ਸਤਿਗੁਰੂ ਮਹਾਰਾਜ ਕਹਿੰਦੇ ਆਓ ਤੁਹਾਨੂੰ ਦੱਸੀਏ ਕਿਹੜਾ ਬਲਦ ਹੈ ਜਿਹਨੇ ਇਸ ਧਰਤੀ ਨੂੰ ਚੁੱਕਿਆ, ਉਹ ਧਰਮ ਹੈ। ਤੋ ਸਾਹਿਬ ਜੀ ਇੱਥੇ ਕਿਰਪਾ ਕਰਦੇ ਨੇ ਕਿ ਧੌਲ ਧਰਮ, ਜਿਹਦੇ ਅੰਦਰ ਦਇਆ ਨਹੀਂ ਆਏਗੀ ਉਹਦੇ ਅੰਦਰ ਧਰਮ ਨਹੀਂ ਪੈਦਾ ਹੋ ਸਕਦਾ। ਦਇਆ ਆਏਗੀ ਤਾਂ ਧਰਮ ਦਾ ਜਨਮ ਹੋਣਾ। ਸਾਹਿਬ ਕਿਰਪਾ ਕਰਦੇ ਨੇ ਕਿ ਧੌਲ ਧਰਮ ਦਇਆ ਦਾ ਪੂਤ, ਦਇਆ ਦਾ ਪੁੱਤਰ ਜਿਹੜਾ ਧਰਮ ਹੈ। ਸੰਤੋਖ ਥਾਪ ਰੱਖਿਆ ਜਨ ਸੂਤ, ਵਾਹਿਗੁਰੂ ਪਰਮਾਤਮਾ ਨੇ ਥਾਪ ਕੇ ਰੱਖਿਆ ਸੰਤੋਖ ਨੂੰ। ਸੂਤ ਦਾ ਅਰਥ ਹੈ ਸੂਤਰ ਵਿੱਚ। ਇੱਕ ਸੂਤਰ ਵਿੱਚ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨੇ ਸਾਰਾ ਸੰਸਾਰ ਹੈ ਨਾ ਇੱਕ ਸੂਤ ਵਿੱਚ ਪਰੋ ਕੇ ਰੱਖਿਆ ਹੋਇਆ। ਤਾਂ ਸਭ ਕਿਰਪਾ ਕਰਦੇ ਨੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਇਸ ਸੰਤੋਖ ਨੂੰ ਵੀ ਆਪ ਥਾਪ ਕੇ ਰੱਖਿਆ, ਆਪ ਟਿਕਾ ਕੇ ਰੱਖਿਆ ਇੱਕ ਸੂਤਰ ਵਿੱਚ। ਜੇ ਕੋ ਬੁਝਾ ਹੋਵੇ ਸਚਿਆਰ, ਕੋਈ ਇਸ ਅਸਲੀਅਤ ਨੂੰ ਸਮਝ ਲਵੇਗਾ, ਬੁੱਝ ਲਵੇਗਾ, ਤੇ ਸਾਹਿਬ ਕਹਿੰਦੇ ਉਹੀ ਸਚਿਆਰ ਬਣ ਸਕਦਾ ਹੈ ਜਿਹੜਾ ਇਸ ਚੀਜ਼ ਨੂੰ ਸਮਝੇਗਾ ਜੋ ਸਤਿਗੁਰੂ ਮਹਾਰਾਜ ਜੀ ਉੱਪਰ ਦੱਸ ਰਹੇ ਨੇ। ਮੇਰੇ ਸਾਹਿਬ ਕਿਰਪਾ ਕਰਦੇ ਜਿਹੜਾ ਇਸ ਤੱਤ ਨੂੰ ਸਮਝ ਲੈਂਦਾ ਨਾ, ਅਸਲੀਅਤ ਨੂੰ, ਉਹੀ ਜੀਵ ਸਚਿਆਰ ਕਿਹਾ ਜਾ ਸਕਦਾ ਹੈ। ਧਵਲਾ ਉੱਪਰ ਕੇਤਾ ਭਾਰ, ਸਤਿਗੁਰੂ ਮਹਾਰਾਜ ਜੀ ਉਹਨਾਂ ਦੀ ਗੱਲ ਕਰਦੇ ਜਿਹੜੇ ਕਹਿੰਦੇ ਸੀ ਇਸ ਧਰਤੀ ਨੂੰ ਬਲਦ ਨੇ ਚੁੱਕਿਆ। ਸਾਹਿਬ ਕਹਿੰਦੇ ਫਿਰ ਇੰਨਾ ਭਾਰ ਕਿਵੇਂ ਚੁੱਕੀ ਫਿਰਦਾ ਹੈ? ਤੋ ਇਹ ਕਲੀਅਰ ਕਰ ਦਿੱਤਾ ਕਿ ਧਰਮ ਹੀ ਹੈ ਅਸਲ ਵਿੱਚ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਸ ਨੇ ਇਸ ਧਰਤੀ ਜਿਹੜੀ ਧਰਮ ਦੇ ਆਸਰੇ ਤੇ ਅਸਮਾਨ ਹੈ, ਬ੍ਰਹਿਮੰਡ ਨੇ ਸਾਰੇ, ਉਹ ਧਰਮ ਦੇ ਆਸਰੇ ਤੇ ਖੜੇ ਹਨ। ਧਰਤੀ ਹੋਰ ਪਰੈ ਹੋਰ ਹੋਰ, ਕਿਉਂਕਿ ਧਰਤੀ ਜਿਹੜੀ ਹੈ
ਇੱਕ ਨਹੀਂ। ਅੱਜ ਵਿਗਿਆਨੀ ਵੀ ਮੰਨਦੇ ਨੇ, ਸਤਿਗੁਰੂ ਮਹਾਰਾਜ ਜੀ ਤਾਂ ਕਈ ਸੌ ਸਾਲ ਪਹਿਲਾਂ ਹੀ ਕਹਿ ਗਏ ਹਨ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕ ਧਰਤੀ ਦੀ ਗੱਲ ਨਹੀਂ, ਇਹਦਾ ਧਰਤੀ ਹੋਰ ਪਰਾ ਹੋਰ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਕੁ ਬ੍ਰਹਿਮੰਡ ਨੇ, ਕੀ ਕੁਝ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਸ ਦੇ ਬਾਰੇ ਕੋਈ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ। ਧਰਤੀ ਇੱਕ ਨਹੀਂ, ਹੋਰ ਤੋਂ ਹੋਰ ਭਾਵ ਕੇ ਪਰੇ ਤੋਂ ਪਰੇ ਧਰਤੀਆਂ ਹਨ। ਤਿਸਤੇ ਭਾਰ ਤਲੈ ਕਮਨ ਜੋਰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਥੇ ਤਲੇ ਦਾ ਅਰਥ ਹੈ ਥੱਲੇ। ਕਿੰਨਾ ਉਹ ਕਿਹੜਾ ਹੈ ਜਿਹੜਾ ਇੰਨੀ ਧਰਤੀ ਦਾ, ਇੰਨੀਆਂ ਧਰਤੀਆਂ ਦਾ ਭਾਰ ਫਿਰ ਕੌਣ ਚੁੱਕ ਸਕਦਾ। ਇੱਕ ਬੈਲ ਤਾਂ ਨਹੀਂ ਚੁੱਕ ਸਕਦਾ। ਧਰਤੀਆਂ ਜਦੋਂ ਇੱਕ ਨਹੀਂ, ਪਤਾ ਨਹੀਂ ਕਿੰਨੀਆਂ ਕਿੰਨੇ, ਫਿਰ ਬੈਲ ਕਿੰਨੇ ਕੁ ਹੋ ਸਕਦੇ ਆ। ਤੋਂ ਕਲੀਅਰ ਕਰ ਦਿੱਤਾ ਕਿ ਸਤਿਗੁਰੂ ਕਹਿੰਦੇ ਭੁਲੇਖਾ ਨਾ ਗੁਰਿਆ ਜਾਵੇ। ਇਹ ਧਰਮ ਰੂਪੀ ਜਿਹੜਾ ਬੈਲ ਹੈ, ਇਸਨੇ ਸਾਰੀਆਂ ਧਰਤੀਆਂ ਜਿਤਨੀਆਂ ਵੀ ਹੋਣਗੀਆਂ, ਜਿੱਥੇ ਜਿੱਥੇ ਵੀ ਹੋਣਗੀਆਂ, ਉਹ ਸਾਰੀਆਂ ਧਰਮ ਦੇ ਆਸਰੇ ਤੇ ਖੜੀਆਂ ਹਨ। ਜੀ ਜਾਤ ਰੰਗਾ ਕੇ ਨਾਮ। ਵਾਹਿਗੁਰੂ ਪਰਮਾਤਮਾ ਨੇ ਫਿਰ ਜੀਵ ਵੀ ਇੱਕ ਨਹੀਂ ਬਣਾਏ, ਪਤਾ ਨਹੀਂ ਕਿੰਨੀਆਂ ਕੁ ਰੰਗਾਂ ਦੇ, ਕਿੰਨੀ ਕਿਸਮ ਦੇ ਜੀਵ ਪਰਮਾਤਮਾ ਨੇ ਬਣਾ ਦਿੱਤੇ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਦੇ ਨਾਮ, ਆਪਾਂ ਨੂੰ ਤੇ ਕਈਆਂ ਜੀਵਾਂ ਦੇ ਨਾਮ ਦਾ ਹੀ ਨਹੀਂ ਪਤਾ ਹੋਣਾ ਕਿ ਕੀ ਇਹਨਾਂ ਦੇ ਨਾਮ ਕੀ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕੋਈ ਨਾਮਾਂ ਦਾ ਹੀ ਨਹੀਂ ਪਤਾ। ਕਿੰਨੇ ਜੀਵ ਜੰਤੂ ਪੈਦਾ ਕੀਤੇ ਹੋਏ ਨੇ। ਸਤਿਗੁਰੂ ਕਹਿੰਦੇ ਉਹਨਾਂ ਦਾ ਨਹੀਂ ਪਤਾ ਕਿੰਨੀਆਂ ਕਿਸਮਾਂ ਦੇ ਨੇ, ਉਹਨਾਂ ਦੇ ਨਾਮ ਕਿੰਨੇ ਕਿੰਨੇ। ਸਤਿਗੁਰੂ ਕਹਿੰਦੇ ਇਹ ਵੀ ਕੋਈ ਪੂਰਨ ਤੌਰ ਤੇ ਨਹੀਂ ਜਾਣ ਸਕਦਾ। ਸਭਨਾ ਲਿਖਿਆ ਬੜੀ ਕਲਾਮ। ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਜਿੰਨੇ ਵੀ ਜੀਵ ਜੰਤੂ ਹੋਣਗੇ, ਜਿੰਨੇ ਵੀ ਹੈ, ਸਤਿਗੁਰੂ ਕਹਿੰਦੇ ਉਹਨਾਂ ਦੇ ਸਾਰਿਆਂ ਦੇ ਰੂੜੀ ਦਾ ਅਰਥ ਹੈ ਵਗਦੀ ਹੈ, ਚੱਲਦੀ ਹੈ। ਕਲਾਮ ਦਾ ਅਰਥ ਹੈ ਕਲਮ। ਸਾਰਿਆਂ ਦੀ ਵਾਹਿਗੁਰੂ ਪਰਮਾਤਮਾ ਦੀ ਕਲਮ ਸਭ ਦੇ ਉਹੀ ਚੱਲ ਰਹੀ ਹੈ। ਚੀਟੀ ਤੇ ਕੁੰਚਰ ਅਸਟੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਤੋਂ ਲੈ ਕੇ ਹਾਥੀ ਤੱਕ ਕਹਿ ਲਓ, ਜਿੰਨੇ ਵੀ ਜੀਵ ਜੰਤੂ ਇਹਦੇ ਵਿੱਚ ਸਾਰੇ ਆ ਜਾਂਦੇ ਨੇ। ਸਾਰਿਆਂ ਦੇ ਜਿਹੜੀ ਕਲਮ ਚੱਲਦੀ ਹੈ ਨਾ ਲੇਖਾਂ ਦੀ, ਸਤਿਗੁਰੂ ਕਹਿੰਦੇ ਉਹ ਲਗਾਤਾਰ ਵਾਹਿਗੁਰੂ ਪਰਮਾਤਮਾ ਵੱਲੋਂ ਹੀ ਚੱਲ ਰਹੀ ਹੈ। ਇਹੋ ਲੇਖਾ ਲਿਖ ਜਾਣੈ ਕੋਇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਲੇਖਾ ਹੈ ਨਾ, ਕੋਈ ਜੀਵ ਕਵੇ ਮੈਂ ਲਿਖ ਲਵਾਂ, ਨਹੀਂ ਲਿਖ ਸਕਦਾ। ਕੀ ਲਿਖੇਗਾ ਜੀਵ? ਜੀਵ ਨੂੰ ਤੇ ਖੁਦ ਤੁਸੀਂ ਹੈਰਾਨ ਹੋਵੋਗੇ, ਕਈ ਵਾਰ ਬੰਦੇ ਦੇ ਆਪਣੇ ਕੋਲ ਆਪਣੀ ਜੇਬ ਵਿੱਚ ਪਈਆਂ ਹੋਈਆਂ ਚੀਜ਼ਾਂ ਦਾ ਨਹੀਂ ਬੰਦੇ ਨੂੰ ਪਤਾ ਹੁੰਦਾ ਵੀ ਕਿਹੜੀਆਂ ਕਿਹੜੀਆਂ ਮੇਰੇ ਕੋਲ ਹੈ ਤੇ ਕਿਹੜੀਆਂ ਨਹੀਂ। ਉਹ ਦੁਨੀਆ ਦਾ ਕੀ ਹਿਸਾਬ ਕਿਤਾਬ ਲਾ ਲਏਗਾ। ਉਹਨੂੰ ਖੁਦ ਨੂੰ ਕਈ ਵਾਰ ਆਪਣੇ ਕੋਲ ਪਈ ਹੋਈ ਚੀਜ਼ ਦਾ ਨਹੀਂ ਗਿਆਨ ਹੁੰਦਾ, ਤੇ ਇਹਨਾਂ ਦੁਨੀਆ ਦਾ ਗਿਆਨ ਕਿੱਥੋਂ ਇਕੱਠਾ ਕਰ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕੋਈ ਵੀ ਹਿਸਾਬ ਕਿਤਾਬ ਨਹੀਂ ਲਾ ਸਕਦਾ, ਕੋਈ ਲੇਖਾ ਨਹੀਂ ਲਿਖ ਸਕਦਾ। ਲੇਖਾ ਲਿਖਿਆ ਕੀਤਾ ਹੋਏ। ਕਿਸ ਤਰ੍ਹਾਂ ਲਿਖਿਆ ਜਾ ਸਕਦਾ? ਸਤਿਗੁਰੂ ਕਹਿੰਦੇ ਲੇਖੇ ਤੋਂ ਬਾਹਰ ਹੈ ਪਰਮਾਤਮਾ ਵਾਹਿਗੁਰੂ। ਕੀਤਾ ਤਾਨ ਸਵਾਲਿਓ ਰੂਪ। ਸਵਾਲਿਓ ਦਾ ਅਰਥ ਹੈ ਸੁੰਦਰ, ਤਾਣ ਦਾ ਅਰਥ ਹੈ ਬਲ। ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਬਾਰੇ ਉਹਦਾ ਤਾਕਤ, ਉਹਦੇ ਬਲ ਨੂੰ ਕੋਈ ਅੰਦਾਜ਼ਾ ਲਾ ਸਕਦਾ, ਕੋਈ ਮਾਪ ਸਕਦਾ? ਪਰਮਾਤਮਾ ਵਾਹਿਗੁਰੂ ਦੇ ਬਲ ਨੂੰ, ਤਾਕਤ ਨੂੰ ਕਹਿੰਦੇ ਨਹੀਂ ਮਾਪਿਆ ਜਾ ਸਕਦਾ। ਉਹ ਕਿੰਨਾ ਸੁੰਦਰ ਸਰੂਪ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਹ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਕੀਤੀ ਦਾਤ ਜਾਣੈ ਕੌਣ ਕੂਤ। ਕੌਣ ਅੰਦਾਜ਼ਾ ਲਾ ਸਕਦਾ? ਕੂਤ ਦਾ ਅਰਥ ਵੀ ਅੰਦਾਜ਼ਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੀਆਂ ਜਿਹੜੀਆਂ ਦਾਤਾਂ ਨੇ ਨਾ, ਦਾਤਾਰ ਪਰਮਾਤਮਾ ਪਰਮੇਸ਼ਰ ਦੀਆਂ, ਉਹਨਾਂ ਦਾ ਵੀ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ। ਕੀਤਾ ਪਸਾਓ ਏਕੋ ਕਵਾਓ। ਇਹ ਜਿਹੜਾ ਪਸਾਰਾ ਕੀਤਾ ਨਾ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨੇ, ਇਹ ਕਿਸ ਤਰ੍ਹਾਂ ਕਰ ਦਿੱਤਾ ਸਾਰਾ ਪਸਾਰਾ। ਵੱਖ-ਵੱਖ ਧਰਮਾਂ ਦੇ ਲੋਕ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ ਹੈ। ਮੁਸਲਮਾਨ ਮਤ ਦੇ ਵਿੱਚ ਉਹ ਕਹਿੰਦੇ ਨੇ ਕੁਨ ਆਖਿਆ ਪਰਮਾਤਮਾ ਨੇ ਤੇ ਸਾਰੀ ਸ੍ਰਿਸ਼ਟੀ ਬਣ ਗਈ। ਈਸਾਈ ਨਹੀਂ ਇਸ ਨੂੰ ਮੰਨਦੇ, ਉਹਨਾਂ ਦਾ ਮਤ ਹੋਰ ਹੈ। ਉਹ ਕਹਿੰਦੇ ਨੇ ਕਿ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਰੱਬ ਨੂੰ ਇਹ ਸਾਰੀ ਸ੍ਰਿਸ਼ਟੀ ਜੀਵ ਜੰਤੂ ਬਣਾਉਣ ਦਾ ਜਿਹੜਾ ਸਮਾਂ ਲੱਗਿਆ। ਪਰਮਾਤਮਾ ਨੇ ਇੱਕ ਦਿਨ ਮਿੱਟੀ ਇਕੱਠੀ ਕੀਤੀ, ਇੱਕ ਦਿਨ ਪਾਣੀ ਇਕੱਠਾ ਕੀਤਾ, ਇੱਕ ਦਿਨ ਹਵਾ ਇਕੱਠੀ ਕੀਤੀ। ਇਸ ਤਰ੍ਹਾਂ ਵਾਹਿਗੁਰੂ ਜਿਹੜਾ ਉਹ ਪਰਮਾਤਮਾ ਹੈ, ਗੌਡ ਹੈ, ਪਰਮੇਸ਼ਰ ਹੈ, ਅੱਲਾ ਹੈ, ਉਹ ਕਹਿੰਦੇ ਉਹਨੇ ਇਹ ਚੀਜ਼ਾਂ ਇਕੱਤਰ ਕੀਤੀਆਂ ਸਾਰੀਆਂ। ਇਕੱਠੀਆਂ ਕਰਨ ਤੋਂ ਬਾਅਦ ਸ਼ਨੀਵਾਰ ਤੱਕ ਰੱਬ ਨੇ ਸਾਰਾ ਕੁਝ ਬਣਾ ਦਿੱਤਾ। ਐਤਵਾਰ ਰੱਬ ਥੱਕ ਗਿਆ, ਉਹਨੇ ਆਰਾਮ ਕੀਤਾ। ਇਹ ਉਹਨਾਂ ਦਾ ਮਤ ਮੰਨਦਾ। ਜੇ ਰੱਬ ਹੀ ਥੱਕ ਜਾਏਗਾ, ਰੱਬ ਹੀ ਆਰਾਮ ਕਰੇਗਾ, ਦੁਨੀਆ ਦੀ ਕੀ ਹਾਲਤ ਹੋਏਗੀ? ਰੱਬ ਜਿਸ ਦਿਨ ਸੌਂ ਗਿਆ ਉਹਦੇ ਤੇ ਦੁਨੀਆ ਨਹੀਂ ਸੌਂ ਜਾਣਾ। ਰੱਬ ਉਹ ਸਤਿਗੁਰ ਜਾਗਤਾ ਹੈ ਦਿਓ, ਉਹ ਨਹੀਂ ਕਦੇ ਵਾਸਤੇ ਵੀ ਸੌਂ ਸਕਦਾ। ਤਾਂ ਉਹਨਾਂ ਦਾ ਮਤ ਇਹ ਹੈ ਕਿ ਇਸ ਤਰ੍ਹਾਂ ਜਿਹੜੇ ਅਸੀਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਰੱਬ ਨੇ ਬੜਾ ਕੰਮ ਕੀਤਾ, ਇਕੱਲਾ ਸੀ, ਇਸ ਕਰਕੇ ਉਹਨੂੰ ਬੜਾ ਕੰਮ ਕਰਨਾ ਪਿਆ। ਐਤਵਾਰ ਰੱਬ ਸੌਂ ਗਿਆ, ਪੂਰੀ ਨੀਂਦ ਲਾਈ ਉਸਨੇ। ਆਪਾਂ ਵੀ ਤਾਂ ਐਤਵਾਰ ਛੁੱਟੀ ਕਰਦੇ ਹੀ ਹੈ ਨਾ, ਪਰ ਅਸੀਂ ਕਿਸੇ ਹੋਰ ਤਰੀਕੇ ਨਾਲ ਐਤਵਾਰ ਦੀ, ਕਈ ਵਾਰ ਦੇਖੋ ਤਾਂ ਬੰਦਾ ਕਹਿੰਦਾ ਜੀ ਅੱਜ ਤਾਂ ਛੁੱਟੀ ਹੈ,
ਤਾਂ ਛੁੱਟੀ ਹੈ ਤਾਂ ਸਾਰਾ ਦਿਨ ਮੰਜੇ ਹੀ ਤੋੜਦੇ ਰਹਿੰਦੇ ਆ। ਜੇ ਛੁੱਟੀ ਹੈ ਤਾਂ ਕੋਈ ਬੰਦਾ ਬਾਣੀ ਪੜ੍ਹ ਲਿਆ, ਕੋਈ ਸੰਗਤ ਕਰ ਲਵੇ, ਕੋਈ ਰੱਬ ਦਾ ਨਾਂ ਲੈ ਲਵੇ, ਤਾਂ ਕੋਈ ਲਾਭ ਹੈ। ਛੁੱਟੀ ਦਾ ਤਾਂ ਹੀ ਲਾਭ ਹੈ ਨਾ, ਕੋਈ ਫਾਇਦਾ ਹੋ ਜਾਵੇ। ਪਰ ਉਹ ਕਾਹਦੀ ਛੁੱਟੀ ਹੋਈ ਕਿ ਸਾਰਾ ਦਿਨ ਬੰਦੇ ਨੇ ਛੁੱਟੀ ਕੀ ਮਨਾਈ ਜੀ? ਬਸ ਕਹਿੰਦੇ ਜੀ ਘਰੇ ਸੁੱਤੇ ਹੀ ਰਹੇ ਆ। ਤੇ ਸੌਣਾ ਤੇ ਗੁਰਮੁਖੋ ਇੱਕ ਦਿਨ ਸੌਣ ਹੋਏਗਾ, ਲਾਵੇ ਬੋੜ ਪਸਾਰੋ, ਜਿੱਦਣ ਇੱਕ ਦਿਨ ਸੁੱਤਾ ਗਿਆ ਮੁੜ ਕੇ ਠਾਉਣਾ ਹੀ ਕਿਸੇ ਨੇ ਨਹੀਂ। ਸੋ ਲਾਭ ਲੈਣਾ ਚਾਹੀਦਾ ਜੇ ਸਮਾਂ ਜਦੋਂ ਬੰਦੇ ਕੋਲੇ ਵਿਹਲਾ ਹੁੰਦਾ, ਉਸ ਟਾਈਮ ਤੇ ਉਹ ਆਪਣਾ ਠੀਕ ਹੈ ਘਰਾਂ ਦੇ ਕਾਰੋਬਾਰ ਕੰਮਕਾਰ ਵੀ ਕਰਨੇ, ਉੱਧਰ ਵੀ ਬੰਦਾ 6 ਦਿਨ ਆਪਾਂ ਬਾਕੀ ਕੰਮਕਾਰ ਕਰਦੇ ਆ। ਤੇ ਐਤਵਾਰ ਵਾਲੇ ਦਿਨ ਬੰਦੇ ਦੇ ਕਈ ਰੁਝੇਵੇਂ ਹੁੰਦੇ ਆ, ਪਰ ਕੋਸ਼ਿਸ਼ ਇਹ ਵੀ ਚਾਹੀਦੀ ਹੈ ਉਸ ਦਿਨ ਗੁਰਦੁਆਰੇ ਆ ਜਾਵੇ, ਸੰਗਤ ਕੀਤੀ ਜਾਵੇ, ਬਾਣੀ ਪੜ੍ਹੀ ਜਾਵੇ, ਜਿੰਨਾ ਵੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਲਿਆ ਜਾਵੇ ਤਾਂ ਲਾਭ ਲੈਣਾ ਚਾਹੀਦਾ। ਸਾਹਿਬ ਇੱਥੇ ਕਿਰਪਾ ਕਰਦੇ ਨੇ ਕਿ ਪ੍ਰਮਾਤਮਾ ਨੇ ਪਸਾਰਾ ਕੀਤਾ ਜਗਤ ਦਾ, ਤੇ ਕਿੰਨਾ ਕੁ ਟਾਈਮ ਲੱਗਾ ਪ੍ਰਮਾਤਮਾ ਨੂੰ? ਕੋਈ 2 4 5 10 ਦਿਨ ਲੱਗੇ ਪ੍ਰਮਾਤਮਾ ਨੂੰ, ਜਾਂ 2 4 5 ਘੰਟੇ ਲੱਗੇ ਪ੍ਰਮਾਤਮਾ ਨੂੰ? ਸਾਹਿਬ ਕਹਿੰਦੇ ਨਹੀਂ, ਉਹਨੇ ਪਸਾਰਾ ਕਰਨਾ ਸੀ ਤੇ ਕੀ ਕੀਤਾ? ਇੱਕੋ ਕਵਾਓ, ਕਵਾਓ ਦਾ ਅਰਥ ਹੈ ਹੁਕਮ। ਪਰਮਾਤਮਾ ਨੇ ਇੱਕ ਹੁਕਮ ਦੇ ਵਿੱਚ, ਜਿਵੇਂ ਸਤਿਗੁਰੂ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਜਬ ਆਕਰਖ ਕਰਤ ਹੋ ਕਬ ਹੂੰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਦੋਂ ਪ੍ਰਮਾਤਮਾ ਵਾਹਿਗੁਰੂ ਨੇ ਇਹ ਸਾਰਾ ਸੰਸਾਰ ਸ੍ਰਿਸ਼ਟੀ ਬਣਾਉਣੀ ਸੀ ਨਾ, ਨਿਰੰਕਾਰ ਪ੍ਰਮਾਤਮਾ ਨੇ, ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤਬ ਦੇਹ ਅਪਾਰਾ। ਵਾਹਿਗੁਰੂ ਪ੍ਰਮਾਤਮਾ ਨੇ ਸੰਸਾਰ ਸ੍ਰਿਸ਼ਟੀ ਬਣਾਉਣੀ ਸੀ, ਅੱਖ ਦੇ ਝਮੱਕੇ ਨਾਲ ਹੀ ਪ੍ਰਮਾਤਮਾ ਨੇ ਬਣਾ ਦਿੱਤੀ, ਤੇ ਸਮੇਟਣ ਲੱਗਿਆ ਕੋਈ ਬਹੁਤੇ ਦਿਨ ਨਹੀਂ ਲੱਗਣੇ। ਸਾਹਿਬ ਜੀ ਕਹਿੰਦੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਾਬੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਉਦ ਕਰਖ ਦਾ ਅਰਥ ਹੈ ਪੈਦਾ ਕਰਤਾ, ਅਰ ਕਰਖ ਦਾ ਅਰਥ ਹੈ ਖਤਮ ਕਰ ਦੇਣਾ। ਸਤਿਗੁਰੂ ਮਹਾਰਾਜ ਕਹਿੰਦੇ ਬਣਾਉਣ ਲੱਗਿਆ ਵੀ ਪ੍ਰਮਾਤਮਾ ਅੱਖ ਦੇ ਝਮੱਕੇ ਵਿੱਚ ਹੀ ਸਾਰਾ ਕੁਝ ਬਣਾ ਦਿੱਤਾ। ਜੇ ਸਮੇਟਣਾ ਵਿੱਚ ਆਏਗਾ ਤਾਂ ਉਹ ਇੱਕ ਅੱਖ ਦੇ ਝਮੱਕੇ ਫੋਰ ਦੇ ਵਿੱਚ ਹੀ ਸਭ ਕੁਝ ਸਮੇਟ ਸਕਦਾ ਹੈ। ਇੱਥੇ ਸਾਹਿਬ ਕਿਰਪਾ ਕਰਦੇ ਨੇ, ਇੱਕ ਆਵਾਜ਼ ਵਿੱਚ ਹੀ, ਇੱਕ ਹੁਕਮ ਵਿੱਚ ਹੀ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਇਹ ਸਾਰਾ ਸੰਸਾਰ ਸ੍ਰਿਸ਼ਟੀ ਬਣਾ ਦਿੱਤੀ। ਤਿਸ ਤੇ ਹੋਏ ਲਖ ਦਰਿਆ, ਇਸੇ ਕੋਈ ਲੱਖਾਂ ਜ਼ਿੰਦਗੀਆਂ ਦੇ ਦਰਿਆ ਚਲਾ ਦਿੱਤੇ। ਜ਼ਿੰਦਗੀਆਂ ਦੇ ਕੇਵਲ ਹੀ ਨਹੀਂ, ਜੋ ਜੀਵ ਜੰਤੂ ਸੰਸਾਰੇ, ਸਤਿਗੁਰੂ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਨੇ ਕਿਸ਼ਨ ਵਿੱਚ ਸਭ ਕੁਝ ਪੈਦਾ ਕਰ ਦਿੱਤਾ। ਕੁਦਰਤ ਕਵਨ ਕਹਾ ਵਿਚਾਰ, ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦਾ, ਉਹਦੀ ਤਾਕਤ ਦਾ, ਕੁਦਰਤ ਦਾ ਅਰਥ ਇੱਥੇ ਤਾਕਤ ਵੀ ਕੀਤਾ ਗਿਆ, ਉਹਦੀ ਤਾਕਤ ਦਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਕੀ ਅੰਦਾਜ਼ਾ ਲਾਇਆ ਜਾ ਸਕਦਾ, ਕੀ ਵਿਚਾਰ ਕੀਤੀ ਜਾ ਸਕਦੀ ਪ੍ਰਭੂ ਪਰਮਾਤਮਾ ਨੇ ਉਸ ਤਾਕਤ ਤੋਂ ਸਮਰੱਥਾ ਦੀ, ਜਿਸ ਨੇ ਇਹ ਸਾਰਾ ਸੰਸਾਰ ਛਿਨ ਵਿੱਚ ਹੀ ਤਿਆਰ ਕਰ ਦਿੱਤਾ, ਪੈਦਾ ਕਰ ਦਿੱਤਾ। ਕੀ ਵਿਚਾਰ ਕੀਤੀ ਜਾ ਸਕਦੀ, ਭਾਵ ਕਿ ਕੀ ਕਿਹਾ ਜਾ ਸਕਦਾ, ਤੁਛ ਜੀਵ ਦੇ ਬਾਰੇ ਕੀ ਕਹਿ ਸਕਦਾ ਹੈ। ਵਾਰਿਆ ਨਾ ਜਾਵਾ ਏਕ ਵਾਰ, ਸਤਿਗੁਰੂ ਕਹਿੰਦੇ ਸਾਡੇ ਕੋਲ ਤੇ ਇੱਕ ਵਾਰ ਵੀ ਪੈਸੇ ਪ੍ਰਭੂ ਪਰਮਾਤਮਾ ਵਾਹਿਗੁਰੂ ਤੋਂ ਸਦਕੇ ਨਹੀਂ ਜਾਇਆ ਜਾ ਰਿਹਾ, ਜਿਸ ਨਿਰੰਕਾਰ ਪਰਮਾਤਮਾ ਨੇ ਇਹ ਸਾਰਾ ਸੰਸਾਰ ਬਣਾ ਦਿੱਤਾ, ਜਿਹਦੇ ਵਿੱਚ ਆਪਾਂ ਵੀ ਸਾਰੇ ਆਉਨੇ ਆ। ਇਹ ਨਿਰੰਕਾਰ ਪਰਮਾਤਮਾ ਵਾਹਿਗੁਰੂ ਨੇ ਕਿਰਪਾ ਕੀਤੀ, ਇਹ ਜੀਵ ਪੈਦਾ ਕਰ ਦਿੱਤੇ। ਸਤਿਗੁਰੂ ਕਹਿੰਦੇ ਨੇ ਉਸ ਪਰਮਾਤਮਾ ਤੋਂ ਜ਼ਿੰਦਗੀ ਦਿਨ ਦੇ ਵਿੱਚ ਅਸੀਂ ਹਜ਼ਾਰਾਂ ਕੀ ਲੱਖਾਂ ਕੀ ਕਰੋੜਾਂ ਵਾਰ ਵੀ ਪਰਮਾਤਮਾ ਤੋਂ ਸਦਕੇ ਜਾਈਏ ਤਾਂ ਵੀ ਥੋੜਾ ਹੈ। ਜਿਵੇਂ ਸਾਹਿਬ ਦੇ ਬਚਨ ਆਉਂਦੇ ਨੇ ਕਿ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਉਹ ਸਦਕੇ ਤੇ ਜਾਇਆ ਹੀ ਨਹੀਂ ਜਾ ਰਿਹਾ ਪਰਮਾਤਮਾ ਤੋਂ। ਜਿਹਵਾ ਏਕ ਕਮਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤਿਰਵੰਤ ਨ ਕਿਨਹੀ ਲਈ। ਇੱਕ ਜੀਭਾ ਪਰਮਾਤਮਾ ਬਾਰੇ ਕੀ ਕਹਿ ਸਕਦੀ ਹੈ। ਜਪਜੀ ਸਾਹਿਬ ਦੇ ਵਿੱਚ ਹੀ ਅੱਗੇ ਚੱਲ ਕੇ ਬਚਨ ਆਉਣੇ ਨੇ ਕਿ ਇੱਕ ਦੋ ਜੀਭੋ ਲੱਖ ਹੋ ਹੈ, ਲੱਖ ਹੋਮ ਹੈ, ਲੱਖ 20 ਲੱਖ ਲੱਖ ਜਿਹੜਾ ਆਖੀਏ ਇੱਕ ਨਾਮ ਜਗਦੀਸ਼। ਸਤਿਗੁਰੂ ਕਹਿੰਦੇ ਇੱਕ ਤੋਂ ਦੋ, ਦੋ ਤੋਂ ਲੱਖਾਂ, ਲੱਖਾਂ ਤੋਂ ਲੱਖ ਲੱਖ ਵਾਰ ਉਸ ਵਾਹਿਗੁਰੂ ਪਰਮਾਤਮਾ ਦੀ ਸਿਫਤ ਕਰੀਏ ਤਾਂ ਵੀ ਥੋੜ੍ਹੀ ਹੈ। ਤੇ ਸਾਹਿਬ ਕਿਰਪਾ ਕਰਦੇ ਨੇ ਉਸ ਪਰਮਾਤਮਾ ਤੋਂ ਤੇ ਇੱਕ ਵਾਰ ਵੀ ਸਦਕੇ ਨਹੀਂ ਜਾਇਆ ਜਾ ਰਿਹਾ। ਜੋ ਤਦ ਭਾਵੈ ਸਾਈ ਭਲੀ ਕਾਰ, ਇਹੀ ਅਖੀਰ ਵਿੱਚ ਕਹਿਣਾ ਬਣਦਾ ਕਿ ਹੇ ਵਾਹਿਗੁਰੂ ਪਰਮਾਤਮਾ, ਜੋ ਤੈਨੂੰ ਭਾਉਂਦਾ ਹੈ ਉਹੀ ਭਲਾ ਹੈ, ਉਹੀ ਚੰਗਾ ਹੈ। ਤੇਰੀ ਰਜ਼ਾ ਨੂੰ ਮੰਨਣਾ ਹੀ ਅਸਲ ਵਿੱਚ ਸਭ ਕੁਝ ਠੀਕ ਹੈ। ਤੇਰੇ ਭਾਣੇ ਨੂੰ, ਤੇਰੀ ਰਜ਼ਾ ਨੂੰ ਸਮਝਣਾ, ਮੰਨ ਲੈਣਾ, ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹੀ ਅਸਲ ਵਿੱਚ ਭਲਾ ਹੈ, ਚੰਗਾ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਇਹ ਵਾਹਿਗੁਰੂ ਪਰਮਾਤਮਾ ਤੂੰ ਸਦਾ ਅਟਲ ਹੈ, ਸਦੀਵੀ ਹੈ। ਪਰਮਾਤਮਾ ਵਾਹਿਗੁਰੂ ਜੀ ਨਿਰੰਕਾਰ ਨਿਰਾਕਾਰ ਪਰਮਾਤਮਾ, ਜਿਹਦਾ ਆਕਾਰ ਕੋਈ ਨਹੀਂ ਹੈ, ਉਹ ਪਰਮਾਤਮਾ ਸਦੀਵੀ ਸਦਾ ਅਟਲ ਹੈ। ਅਸੰਖ ਜਪ ਅਸੰਖ ਭਾਉ, ਸਤਿਗੁਰੂ ਮਹਾਰਾਜ ਜੀ ਅੱਗੇ ਬਖਸ਼ਿਸ਼ ਕਰਦੇ ਨੇ 17ਵੀਂ ਪੌੜੀ ਵਿੱਚ ਕਿ ਹੁਣ ਸਤਿਗੁਰੂ ਜ਼ਿਕਰ ਕਰਨ ਲੱਗੇ ਤੇ ਅਸੰਖ ਭਾਵ ਕਿ ਗਿਣਤੀ ਤੋਂ ਪਰੇ ਦੀ ਗੱਲ ਹੈ, ਕੋਈ ਗਿਣਤੀ ਨਹੀਂ। ਸੰਖ ਇੱਕ ਗਿਣਤੀ ਹੈ ਜਿੱਥੇ ਜਾ ਕੇ ਖਤਮ ਹੋ ਜਾਂਦੀ ਹੈ, ਪਰ ਐੜਾ ਅਗੇਤਰ ਲਾਗਿਆ ਦਾ ਮਤਲਬ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿੰਨਾਂ ਦੀ ਨਹੀਂ ਕੀਤੀ ਜਾ ਸਕਦੀ?
ਜਪ ਕਰਨ ਵਾਲਿਆਂ ਦੀ ਭਾਵ ਦਾ ਅਰਥ ਹੈ ਪਿਆਰ ਕਰਨ ਵਾਲੇ। ਕਿੰਨੇ ਕਿੰਨੇ ਜਿਹੜੇ ਜੀਵ ਉਸ ਵਾਹਿਗੁਰੂ ਪਰਮਾਤਮਾ ਦੇ ਕਿਹੜੇ ਕਿਹੜੇ ਰੂਪ ਦੇ ਵਿੱਚ ਉਹਦਾ ਨਾਮ ਲੈ ਰਹੇ ਨੇ, ਕਿਸ ਤਰ੍ਹਾਂ ਜਪ ਰਹੇ ਨੇ, ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕਿੰਨੇ ਕੁ ਜੀਵ ਨੇ ਜਿਹੜੇ ਇਸ ਜਗਤ ਸੰਸਾਰ ਦੇ ਵਿੱਚ ਜੀਵਾਂ ਨਾਲ ਪਿਆਰ ਕਰਨ ਵਾਲੇ, ਉਹਨਾਂ ਦਾ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਅਸੰਖ ਪੂਜਾ ਅਸੰਖ ਤਪ ਤਾਉ। ਅਸੰਖੀ ਜੀਵ ਹਨ ਜਿਹੜੇ ਪੂਜਾ ਦੇ ਵਿੱਚ ਲੱਗੇ ਹੋਏ ਨੇ। ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਪੂਜਾ ਕਰਦੇ ਹਨ। ਕੋਈ ਤਪ ਸਾਧਨਾ ਵਿੱਚ ਲੱਗਾ ਹੋਇਆ ਹੈ। ਅਸੰਖ ਗ੍ਰੰਥ ਮੁਖ ਵੇਦ ਪਾਠ। ਅਸੰਖੀ ਜੀਵ ਹਨ ਤੇ ਅਸੰਖੀ ਗ੍ਰੰਥ ਹਨ। ਕਹਿ ਲੋ ਕਿ ਧਾਰਮਿਕ ਗ੍ਰੰਥ, ਇਹ ਵੀ ਕੋਈ ਆਪਾਂ ਗਿਣਤੀ ਤਾਂ ਕਰ ਸਕਦੇ ਹਾਂ ਕਿ 18 ਪੁਰਾਣ, 27 ਸਿਮਰਤੀਆਂ, ਜਿਹੜੇ 4 ਵੇਦ, ਇਸ ਤਰ੍ਹਾਂ ਕੁਝ ਆਪਾਂ ਲੈ ਸਕਦੇ ਹਾਂ। ਮੁਸਲਮਾਨਾਂ ਦੀਆਂ 4 ਕਿਤਾਬਾਂ ਕਹਿ ਲਓ, ਸਿੱਖ ਧਰਮ ਦੀ ਆਪਾਂ ਗੁਰੂ ਗ੍ਰੰਥ ਸਾਹਿਬ ਕਹਿ ਲਓ। ਤਾਂ ਇਹ ਕੇਵਲ ਆਪਾਂ ਗਿਣਤੀ ਇੰਨੀ ਕਰ ਸਕਦੇ, ਪਰ ਸਾਹਿਬ ਕਹਿੰਦੇ ਇੱਥੇ ਗਿਣਤੀ ਰੁਕ ਨਹੀਂ ਜਾਂਦੀ। ਪਤਾ ਨਹੀਂ ਇੱਥੇ ਅਣਗਿਣਤ ਧਾਰਮਿਕ ਗ੍ਰੰਥ ਹਨ ਤੇ ਉਹਨਾਂ ਦਾ ਪਾਠ ਕਰਨ ਵਾਲੇ ਜਿਹੜੇ ਮੁਖ ਤੋਂ ਉਹ ਵੀ ਅਣਗਿਣਤ ਹੀ ਹਨ। ਅਸੰਖ ਜੋਗ ਮਨ ਰਹੇ ਉਦਾਸ। ਕਿਤਨੇ ਕੁ ਜੋਗੀਆਂ ਦੇ ਟੋਲੇ ਜਿਹੜੇ ਜੋਗ ਸਾਧਨਾ ਸਾਧ ਰਹੇ, ਕਿੰਨੇ ਕੋ ਜੀਵਨ ਜਿਹੜੇ ਮਾਇਆ ਤੋਂ ਉਪਰਾਮ ਰਹਿ ਰਹੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ। ਕਿਤਨੇ ਕੀ ਰੱਬ ਦੇ ਪਿਆਰੇ ਭਗਤੀ ਕਰਨ ਵਾਲੇ ਹਨ, ਜਿਹੜੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦੇ ਨੇ, ਉਸ ਦੇ ਗੁਣਾਂ ਨੂੰ ਗਾਉਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਉਹ ਵੀ ਅਣਗਿਣਤ ਹੀ ਹਨ। ਅਸੰਖ ਸਤੀ ਅਸੰਖ ਦਾਤਾਰ। ਕਿੰਨੇ ਕੁ ਜੀਵ ਹਨ ਜਿਹੜੇ ਦੂਜਿਆਂ ਨੂੰ ਕੁਝ ਦੇ ਰਹੇ ਹਨ। ਕਿੰਨੇ ਕੁ ਜੀਵ ਹਨ ਜਿਹੜੇ ਇੱਥੇ ਦਾਤਾਰ ਦਾ ਅਰਥ ਇਹ ਨਹੀਂ ਕਿ ਦਾਤੇ ਬਣ ਗਏ, ਭਾਵ ਇੱਥੇ ਬਣਦਾ ਹੈ ਉਹ ਜੀਵ ਜਿਹੜੇ ਦੂਜਿਆਂ ਦਾ ਭਲਾ ਕਰਨ ਵਾਲੇ ਨੇ ਸੰਸਾਰ ਦੇ ਵਿੱਚ। ਕਿੰਨੇ ਕੀ ਐਸੇ ਜੀਵ ਹੋ ਸਕਦੇ ਆ ਜਿਹੜੇ ਸਮਾਜ ਦੇ ਵਿੱਚ ਦੂਜਿਆਂ ਦਾ ਭਲਾ ਕਰਨ ਵਾਸਤੇ ਲੱਗੇ ਹੋਏ ਹਨ। ਅਸੰਖ ਸੂਰ ਮੋਹ ਭੁਖ ਸਾਰ। ਕਿਤਨੇ ਐਸੇ ਸੂਰਮੇ ਨੇ ਜਿਹੜੇ ਮੋਹ ਭਖ, ਸਾਰ ਭਖ ਦਾ ਅਰਥ ਹੈ ਚੋਟ ਖਾਣ ਵਾਲੇ, ਸਾਰ ਦਾ ਅਰਥ ਹੈ ਲੋਹਾ। ਹੁਣ ਸਾਰ ਸ਼ਬਦ ਵੀ ਜਿਹੜਾ ਇਹ ਕਈ ਰੂਪਾਂ ਵਿੱਚ ਆਉਂਦਾ ਹੈ। ਜਿਵੇਂ ਸਾਹਿਬ ਜੀ ਕਿਰਪਾ ਕਰਦੇ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਉੱਥੇ ਸਾਰ ਦਾ ਅਰਥ ਆ ਗਿਆ ਕਦਰ। ਇੱਕ ਥਾਂ ਤੇ ਸਾਹਿਬ ਜੀ ਕਹਿੰਦੇ ਨੇ, ਨਾਨਕ ਕਥਨਾ ਕਰੜਾ ਸਾਰ। ਉੱਥੇ ਸਾਰ ਦਾ ਅਰਥ ਹੈ ਲੋਹਾ, ਕਿ ਬਿਆਨ ਨਹੀਂ ਕੀਤਾ ਜਾ ਸਕਦਾ ਪ੍ਰਭੂ ਪਰਮਾਤਮਾ ਜੀ ਤੁਹਾਡੇ ਬਾਰੇ। ਜਿਵੇਂ ਸਤਿਗੁਰੂ ਮਹਾਰਾਜ ਕਹਿੰਦੇ ਦੰਦਾਂ ਨਾਲ ਲੋਹਾ ਚਬਾਉਣ ਵਾਲੀ ਗੱਲ ਹੈ, ਇੱਥੇ ਵੀ ਸਾਰ ਦਾ ਅਰਥ ਲੋਹਾ ਹੈ। ਸਾਹਿਬ ਕਿਰਪਾ ਕਰਦੇ ਨੇ, ਅਨੇਕਾਂ ਸੂਰਮੇ ਨੇ ਜਿਹੜੇ ਆਪਣੇ ਮੂੰਹ ਦੇ ਉੱਤੇ ਚੋਟਾਂ ਖਾਂਦੇ ਨੇ, ਭਾਵ ਕਿ ਮੈਦਾਨੇ ਜੰਗ ਦੇ ਵਿੱਚ ਜਿਹੜੇ ਜਾ ਕੇ ਲੜਦੇ ਨੇ, ਉਹਨਾਂ ਦੀ ਵੀ ਗਿਣਤੀ ਕੋਈ ਨਹੀਂ। ਤੇ ਸੂਰਮਿਆਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ, ਅਣਗਿਣਤ ਹਨ। ਅਸੰਖ ਮੋਨ ਲਿਵ ਲਾਏ ਤਾਰ। ਲਗਾਤਾਰ ਕਿੰਨੇ ਕੁ ਜੀਵ ਨੇ ਜਿਹੜੇ ਸਮਾਧੀਆਂ ਲਾ ਕੇ ਬੈਠੇ ਹੋਣਗੇ, ਮੋਨੀ ਬਣ ਕੇ ਬੈਠੇ ਨੇ। ਸਤਿਗੁਰੂ ਕਹਿੰਦੇ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ। ਕੁਦਰਤ ਕਵਨ ਕਹਾ ਵਿਚਾਰ। ਇਹ ਵਾਹਿਗੁਰੂ ਪਰਮਾਤਮਾ ਤੇਰੀ ਕੁਦਰਤ ਦਾ, ਤੇਰੀ ਤਾਕਤ ਦਾ, ਤੇਰੀ ਸਮਰੱਥਾ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕੀ ਵਿਚਾਰ ਕੀਤੀ ਜਾ ਸਕਦੀ ਹੈ। ਵਾਰਿਆ ਨਾ ਜਾਵਾ ਏਕ ਵਾਰ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਦੇ, ਹੇ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਜੀਓ, ਇੱਕ ਵਾਰ ਵੀ ਤੇਰੇ ਤੋਂ ਸਦਕੇ ਨਹੀਂ ਜਾਇਆ ਜਾ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਵਾਹਿਗੁਰੂ ਪਰਮਾਤਮਾ ਜੀ, ਜੋ ਤੁਹਾਨੂੰ ਪਾਉਂਦਾ ਹੈ ਉਹੀ ਅਸਲ ਵਿੱਚ ਚੰਗਾ ਹੈ, ਉਹੀ ਭਲਾ ਹੈ। ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਹੇ ਪਰਮਾਤਮਾ ਜੋ ਤੈਨੂੰ ਚੰਗਾ ਲੱਗਦਾ ਹੈ, ਜੀਵ ਨੂੰ ਚਾਹੀਦਾ ਕਿ ਉਸੇ ਨੂੰ ਸਤ ਕਰਕੇ ਮੰਨ ਲਵੇ, ਤੇਰੀ ਰਜ਼ਾ ਤੇਰੀ ਹੁਕਮ ਨੂੰ ਮੰਨ ਲੈਣਾ ਚਾਹੀਦਾ ਹੈ। ਤੂੰ ਸਦਾ ਸਲਾਮਤ ਨਿਰੰਕਾਰ।